दसूँगा भी अपना बिजनेस का एक बहुत वधिया प्रोडक्ट हैगा एप्सा 80। वो किवें काम करदा, मेरी लाइन है एग्रीकल्चर और हो सकता मैं थोड़ा बैटर एक्सप्लेन कर सकां। अच्छा, सब तो पहला मैं तुहानूं दसना चाहना जी इहदा एप्सा 80 काम किवें करदा, इहदा की काम बाद दसांगे, काम करदा किवें। सर ਜਦੋਂ भी ਆਪਾਂ देखते हैं अपना ਜਿਹੜਾ पानी आ, पानी जो भी आप किते डुलदा ਉਹਦੀਆਂ ਡ੍ਰੌਪਸ ਬਣ ਜਾਂਦੀਆਂ जी। ਆਪਾਂ ਪਾਣੀ ਨੂੰ ਜਦੋਂ ਬੂੰਦ ਐਕਸਪਲੇਨ ਕਰਦੇ ਕਿਸੇ ਨੂੰ ਇਦਾਂ ਬਣਾਉਂਦੇ ਹਾਂ ਬੋਲ ਨਾ, ਇਹ ਹਮੇਸ਼ਾ ਪਾਣੀ ਦੀ ਇੱਕ ਪਾਵਰ ਹੈਗੀ ਆ ਆਪਣੇ ਆਪ ਦੀ, ਉਹ ਆਪਣੇ ਆਪ ਨੂੰ ਅੰਦਰ ਨੂੰ ਬਾਉਂਡ ਕਰਕੇ ਰੱਖਦਾ। ਇਹ ਪਾਵਰ ਉਹ ਮਤਲਬ ਉਹਦਾ ਸਰਫੇਸ ਜਿਹੜਾ ਹੁੰਦਾ ਉਹ ਹਮੇਸ਼ਾ ਹੀ ਇਦਾਂ ਰਹਿੰਦਾ ਅੰਦਰ ਨੂੰ, ਇਹਨੇ ਆਪਣੇ ਆਪ ਨੂੰ अंदर करके रखना ना, इन्हों कहते हैं जी सरफेस टेंशन। सरफेस टेंशन ਜਦੋਂ ਪਾਣੀ ਦੀ ਸਰਫੇਸ ਟੈਂਸ਼ਨ ਖਤਮ ਹੋ ਜਾਂਦੀ ਹੈ ਤਾਂ ਉਹ ਫਲੈਟ ਰਹਿੰਦਾ ਪਾਣੀ, ਉਹ ਡ੍ਰੌਪ ਨਹੀਂ ਬਣੂਗਾ। ਜੋ ਦੀ ਸਰਫੇਸ ਟੈਂਸ਼ਨ ਆਪਾਂ ਦੀ ਖਤਮ ਕਰ ਦਈਏ ਉਹਨੇ ਫਲੈਟ ਹੋ ਜਾਣਾ ਪਾਣੀ, ਜਿੱਦਾਂ ਸਮੁੰਦਰ ਪਿਆ ਹੁੰਦਾ। ਜਦੋਂ ਆਪਾਂ ਇੱਥੇ ਡੋਲਾਂਗੇ ਪਾਣੀ ਦੀਆਂ ਡ੍ਰੌਪਸ ਬਣ ਜਾਣਗੀਆਂ, ਉਹ थोड़ा जिहा ਉਹਨੂੰ ਆਪਾਂ ਟਿਲਟ ਕਰਾਂਗੇ ਸਾਰਾ ਸਾਰਾ ਥੱਲੇ ਚਲਾ ਜਾਊਗਾ ਕਿਸੇ ਵੀ ਸਰਫੇਸ ਤੋਂ। ਜਦੋਂ ਹੁਣ ਆਪਣਾ ਐਪਸਾ 80 ਆ, ਐਪਸਾ 80 ਕੀ ਕਰਦਾ, ਇਹਦੀ ਸਰਫੇਸ ਟੈਂਸ਼ਨ ਨੂੰ ਖਤਮ ਕਰ ਦਿੰਦਾ। ਮੇਨ ਉਹਦਾ ਮੋਟਿਵ ਆ ਉਹ ਇਹਦੀ ਸਰਫੇਸ ਟੈਂਸ਼ਨ ਨੂੰ ਪਾਣੀ ਦੀ ਖਤਮ ਕਰ ਦਿੰਦਾ। ਔਰ ਜਦੋਂ ਪਾਣੀ ਦੀ ਸਰਫੇਸ ਟੈਂਸ਼ਨ ਖਤਮ ਹੁੰਦੀ ਆ, ਜਦੋਂ ਆਪਾਂ ਐਗਰੀਕਲਚਰ ਪਰਪਸ ਲਈ ਇਹਨੂੰ ਯੂਜ਼ ਕਰਦੇ ਆ, ਇਹਨੂੰ ਆਪਾਂ ਲੀਵਸ ਦੇ ਉੱਪਰ ਸਪਰੇਅ ਕਰਦੇ ਆ, ਇਹਨੂੰ ਆਪਾਂ ਆਪਣੀ ਫਸਲ ਵਿੱਚ ਸਪਰੇਅ ਕਰਦੇ ਆ, ਇਹਨੂੰ ਆਪਾਂ ਜ਼ਮੀਨ ਤੇ ਸਪਰੇਅ ਕਰਦੇ ਆ, ਉਹ ਲੀਚ ਡਾਊਨ ਜਲਦੀ ਹੋ ਜਾਂਦਾ। ਪਾਣੀ ਜ਼ਿਆਦਾ ਸੋਕਦੀ ਆ, ਪਰ ਜਿਹੜੀ ਆਪਣੀ ਸੋਇਲ ਆ ਇਹਨੂੰ ਜ਼ਿਆਦਾ ਸੋਕਦੀ ਆ ਕਿਉਂਕਿ ਇਹਦੀ ਸਰਫੇਸ ਟੈਂਸ਼ਨ ਖਤਮ ਹੋਈ ਹੁੰਦੀ ਆ। ਪਾਣੀ ਜ਼ਿਆਦਾ ਜਿਵੇਂ ਨੀਚੇ ਡੂੰਘਾਈ ਤੱਕ ਚਲਾ ਜਾਂਦਾ ਆਪਣੀ ਫਸਲ ਦੇ ਵਿੱਚ, ਧਰਤੀ ਦੇ ਵਿੱਚ। ਜਦੋਂ ਜਿੰਨਾ ਡੂੰਘਾਈ ਤੱਕ ਜਾਊਗਾ, ਹੁਣ ਕਣਕ ਦੀ ਅੱਜ ਕੱਲ੍ਹ ਕਣਕ ਦੀ ਸੋਇੰਗ ਹੋ ਚੁੱਕੀ ਹੈ ਜੀ, ਹੁਣ ਇਹਨੂੰ ਫਸਟ ਇਰੀਗੇਸ਼ਨ ਹੋਏਗੀ ਤਕਰੀਬਨ 1 ਮਹੀਨੇ ਬਾਅਦ। ਇਹਨੂੰ ਪਹਿਲਾ ਪਾਣੀ ਲਾਇਆ ਜਾਂਦਾ ਕਣਕ ਨੂੰ। ਆਪਣੇ ਜਦੋਂ ਐਪਸਾ 80 ਰਿਕਮੈਂਡ ਕਰਦੇ ਆ, ਉਹਨੂੰ ਕਹਿੰਦੇ ਆ ਵੀ ਜਦੋਂ ਤੂੰ ਪਾਣੀ ਲਾਣਾ ਆਪਣੀ ਫਸਲ ਨੂੰ, ਕਣਕ ਨੂੰ ਪਾਣੀ ਲਾਣਾ, ਉਹਨੂੰ 12 ਘੰਟੇ ਪਹਿਲਾਂ ਇਹ 10 ml ਪਰ ਸਪਰੇਅਰ ਜਿਹੜਾ ਆਪਾਂ ਡਰਮੀ ਬੋਲਦੇ ਜਿਹਨੂੰ ਡਰਮੀ, ਉਹ ਸਪਰੇਅਰ ਹੁੰਦਾ 10 ml ਸਪਰੇਅਰ ਵਿੱਚ ਪਾ ਕੇ ਉਹਨੂੰ ਪਾਣੀ ਨਾਲ ਭਰ ਦੇਣਾ ਡਰਮੀ ਨੂੰ। ਉਹਦੇ ਵਿੱਚ 10 ml ਪਾ ਕੇ ਆਪਣਾ ਐਪਸਾ 80 ਖਾਲੀ ਕਣਕ ਦੇ ਜਿੱਥੇ ਬੀਜੀ ਹੋਈ ਆ ਉੱਥੇ ਸਪਰੇਅ ਕਰ ਦਿਓ। ਇਹਦੀ ਰეკਮੈਂਡੇਸ਼ਨ ਆ ਇਹ। ਉਹ ਪਾਣੀ ਜਿੰਨੀਆਂ ਡਰਮੀਆਂ ਲੱਗਦੀਆਂ, 10 ਲੱਗਦੀਆਂ, 15 ਡਰਮੀਆਂ ਲੱਗਦੀਆਂ, ਉਹਦੇ ਹਿਸਾਬ ਨਾਲ 10 ml ਇੱਕ ਡਰਮੀ ਵਿੱਚ ਪਾ ਕੇ ਉਹਨੂੰ ਸਪਰੇਅ ਕਰ ਦੇਣਾ। ਜਦੋਂ ਉਹਦੀ ਸਪਰੇਅ ਕਰਾਂਗੇ ਆਪਾਂ, ਸਰਫੇਸ ਦੇ ਉੱਪਰ ਰਹਿਣ ਐਪਸਾ ਉਹ ਪਾਣੀ ਜਦੋਂ ਪਾਇਆ ਸੀ ਆਪਾਂ, ਅਗਲੇ ਦਿਨ ਉਹਨਾਂ ਨੇ ਪਾਣੀ ਛੱਡਿਆ ਉੱਥੇ ਆਪਣਾ ਜੋ ਇਰੀਗੇਸ਼ਨ ਕੀਤੀ ਉਹਦੇ ਨਾਲ। ਜਦੋਂ ਆਪਾਂ ਇਰੀਗੇਸ਼ਨ ਕੀਤੀ, ਜਿਹੜਾ ਨਾਰਮਲ ਬਿਨਾਂ ਐਪਸਾ ਤੋਂ ਆਪਾਂ ਇਰੀਗੇਸ਼ਨ ਕਰਾਂਗੇ, ਉਹ ਜਿਹੜੀ ਆਪਣੀ ਧਰਤੀ ਦਾ ਲੈਵਲ ਆ, ਆਪਣੇ ਖੇਤ ਦਾ ਲੈਵਲ ਆ, ਉਹ ਜਸਟ 6 ਇੰਚਸ ਤੱਕ ਪਾਣੀ ਜਾਂਦਾ। ਇਸ ਤੋਂ ਨੀਚੇ ਨਹੀਂ ਜਾਂਦਾ ਪਾਣੀ ਧਰਤੀ ਵਿੱਚ ਜਾਂਦਾ। ਜਦੋਂ ਜਿਹੜੀ ਧਰਤੀ ਉਹਨੂੰ ਸੋਕਦੀ ਆ 6 ਇੰਚ ਤੱਕ ਜਾਂਦੇ। ਜਦੋਂ ਆਪਾਂ ਐਪਸਾ 80 ਸਪਰੇਅ ਕੀਤਾ ਹੋਏਗਾ, ਇਹ 8 ਤੋਂ 10 ਇੰਚਸ ਤੱਕ ਚਲਾ ਜਾਂਦਾ ਡੀਪ। ਇਹ ਡਿਪੈਂਡ ਕਰਦਾ ਜੀ, depend on your soil condition। 8 ਤੋਂ 10 ਮਤਲਬ 8 ਹੋ ਸਕਦਾ, 10 ਵੀ ਹੋ ਸਕਦਾ। ਜਿੰਨੀ ਡਾਊਨ ਚ ਜਾਊਗਾ ਪਾਣੀ, ਉਹਨੇ ਤੁਹਾਡੇ ਜਿਹੜੇ ਨਿਊਟ੍ਰੀਐਂਟਸ ਹੋਣਗੇ ਨੀਚੇ, ਸੋਇਲ ਹੈਗੀ ਆ ਨਿਊਟ੍ਰੀਐਂਟਸ ਪਏ ਆਪਣੇ ਤੁਹਾਡੇ, ਜਿੱਦਾਂ ਯੂਰੀਆ ਪਾਇਆ ਹੁੰਦਾ, DAP ਪਾਈ ਹੁੰਦੀ ਆ। ਜਦੋਂ ਆਪਾਂ ਸੋਇੰਗ ਕਰਦੇ ਆ ਨਾ, ਕਣਕ ਦੀ ਸੋਇੰਗ ਕਰਦੇ ਆ, ਉਹਦੇ ਨਾਲ ਆਪਾਂ DAP ਵੀ ਨਾਲ ਪਾਉਂਦੇ ਆ ਸੀਡ ਦੇ ਵਿੱਚ। ਡਰਿਲ ਦੇ ਨਾਲ ਸੋਇੰਗ ਕਰਦੇ ਆ, ਨਾਲ ਉਹਦੇ DAP ਪਾ ਕੇ ਸੋਇੰਗ ਕਰਦੇ ਆ। ਸਰ ਜਿੱਥੇ ਜਿੱਥੇ ਉਹ ਤੁਹਾਡੇ ਨਿਊਟ੍ਰੀਐਂਟਸ ਪਏ ਹੋਣਗੇ, ਹੋ ਸਕਦਾ ਜਿਹੜੇ ਤੁਹਾਡੇ ਪਹਿਲਾਂ ਦੇ ਧਰਤੀ ਵਿੱਚ ਨਿਊਟ੍ਰੀਐਂਟਸ ਹੈਗੇ ਆ ਉਹ ਵੀ ਵਿੱਚ ਪਏ ਆ ਆਪਣੇ। ਇਕੱਲੇ ਆਪਾਂ ਜਿਹੜੇ ਉੱਪਰੋਂ ਐਡ ਕਰਦੇ ਆ ਉਹੀ ਨਹੀਂ ਪਲਾਂਟਸ ਲੈਂਦੇ, ਜਿਹੜੇ ਨੀਚੇ ਵਿੱਚ ਪਏ ਆ ਧਰਤੀ ਵਿੱਚ ਪਹਿਲਾਂ ਆਲਰੇਡੀ ਪਲਾਂਟਸ ਉਹਨਾਂ ਨੂੰ ਵੀ ਲੈਂਦੇ ਆ। ਜਿਵੇਂ ਹੁਣ ਬਾਹਰ ਇੱਥੇ ਦਰਖਤ ਹੈਗੇ, ਉਹ ਵੀ ਕਿਤੇ ਨਾ ਕਿਤੇ ਨਿਊਟ੍ਰੀਐਂਟਸ ਤਾਂ ਲੈਂਦੇ ਆ, ਆਲਰੇਡੀ ਆਪਣੀ ਧਰਤੀ ਵਿੱਚ ਨਿਊਟ੍ਰੀਐਂਟਸ ਹੁੰਦੇ ਆ। ਜਿਹੜਾ ਤੁਹਾਡਾ ਪਾਣੀ ਇੱਥੇ 6 ਇੰਚ ਤੱਕ ਗਿਆ, ਉਹਨੇ ਸਿਰਫ ਜਿਹੜੇ 6 ਇੰਚ ਤੱਕ ਜਿਹੜੇ ਨਿਊਟ੍ਰੀਐਂਟਸ ਸੀਗੇ ਵਿੱਚ ਪਏ ਉਹਨਾਂ ਨੂੰ ਡਿਜ਼ੋਲਵ ਕਰਨਾ ਪਾਣੀ ਵਿੱਚ। ਉਹ ਪਲਾਂਟਸ ਉਹਨੂੰ ਅਵੇਲੇਬਲ ਕਰ ਦਿੰਦਾ ਪਲਾਂਟਸ ਲਈ। ਉਹ ਸਿਰਫ 6 ਇੰਚ ਤੱਕ ਜਿਹੜੇ ਨਿਊਟ੍ਰੀਐਂਟਸ ਪਏ ਆ ਤੁਹਾਡੇ ਜਿਹੜੇ ਪਲਾਂਟਸ ਆ ਉਹਨਾਂ ਨੂੰ ਲੈ ਸਕਦੇ ਆ। ਜੇ ਤੁਹਾਡਾ ਐਪਸਾ 80 ਪਾਇਆ ਹੋਊਗਾ,
ਉਹ ਆ ਜਿਹੜਾ ਰਹਿ ਗਿਆ ਨੀਚੇ ਗੈਪ 8 ਤੋਂ 10 ਇੰਚਸ ਤੱਕ ਸੀ, ਇਹਨਾਂ ਨੂੰ ਵੀ ਡਿਜ਼ੋਲਵ ਕਰ ਦੂਗਾ ਔਰ ਇਹਨਾਂ ਨੂੰ ਰੈਡੀ ਕਰ ਦੂਗਾ ਅਬਜ਼ੌਰਬੇਬਲ ਫਾਰਮ 'ਚ, ਜਿਹੜੇ ਪਲਾਂਟਸ ਇਹਨਾਂ ਨੂੰ ਵੀ ਲੈ ਸਕਦੇ ਨੇ ਨੀਚੋਂ। ਇਹਦਾ ਇੱਕ ਐਗਜ਼ਾਮਪਲ ਸੀ ਇਹਦੀ। ਅੱਛਾ, ਦੂਸਰੀ ਐਗਜ਼ਾਮਪਲ ਕੀ ਹੈ ਜੀ ਐਪਸਾ ਦੀ? ਜਦੋਂ ਕ੍ਰੌਪ ਥੋੜੀ ਵੱਡੀ ਹੋ ਜਾਂਦੀ ਆ, ਜਦੋਂ ਆਪਾਂ ਪੈਸਟੀਸਾਈਡ ਸਪਰੇ ਕਰਨੀ ਆ, ਕਿਸੇ ਤਰ੍ਹਾਂ ਦਾ ਪੈਸਟ ਆ ਗਿਆ ਨਾ ਆਪਣੇ ਖੇਤ 'ਚ, ਜਾਂ ਕੋਈ ਵੀਡੀਸਾਈਡ ਸਪਰੇ ਕਰਨੀ ਆ, ਜਿੱਦਾਂ ਕਿ ਵੀਡਸ ਆਪਣੇ ਗੁੱਲੀ ਡੰਡਾ ਹੋ ਜਾਣਾ ਅੱਗੇ ਕਣਕ ਵਿੱਚ, ਜਦੋਂ ਆਪਾਂ ਉਹਨੂੰ ਖਤਮ ਕਰਨਾ ਗੁੱਲੀ ਡੰਡੇ ਨੂੰ, ਜਦੋਂ ਕੋਈ ਪੈਸਟ ਆ ਗਿਆ ਨਾ ਜਾਂ ਕੋਈ ਬਿਮਾਰੀ ਲੱਗ ਗਈ, ਜਿਵੇਂ ਅੱਗੇ ਆਪਾਂ ਨਿਊਟ੍ਰੀਐਂਟ ਸਪਰੇ ਕਰਦੇ ਆ, ਨਿਊਟ੍ਰੀਐਂਟ ਅੱਗੇ ਨਾ ਸਪਰੇ ਕਰਾਂਗੇ ਆਪਾਂ, ਜਿਵੇਂ ਕਿਸੇ ਚੀਜ਼ ਦੀ ਕਣਕ ਵਿੱਚ ਘਾਟ ਆ ਜਾਂਦੀ ਹੈ ਨਾ, ਉਹ ਸਪਰੇ ਕਰਦੇ ਆ ਆਪਾਂ। ਫਿਰ ਆਪਾਂ ਵੀਡੀਸਾਈਡ ਸਪਰੇ ਕਰਦੇ ਆ, ਕੋਈ ਦਵਾਈਆਂ ਕੋਈ ਹੋਰ ਸਪਰੇ ਕਰਦੇ, ਕਿਸੇ ਵੀ ਤਰ੍ਹਾਂ ਦਾ, ਮਤਲਬ ਪੈਸਟੀਸਾਈਡ, ਵੀਡੀਸਾਈਡ, ਫੰਗੀਸਾਈਡ, ਫੰਗਸ ਦੀ ਪ੍ਰੋਬਲਮ ਆਉਂਦੀ ਹੈ ਜੀ ਇੱਕ, ਉਹ ਤੋਂ ਆਪਾਂ ਕਰਦੇ ਸਪਰੇ। ਜਦੋਂ ਇਹ ਤੁਹਾਡਾ ਪੱਤਾ ਹੈਗਾ ਜੀ, ਪਲਾਂਟ ਦੇ ਪੱਤੇ ਇਹ ਤਾਂ ਹੁੰਦਾ ਨਹੀਂ ਵੀ ਸਿੱਧੇ ਹੁੰਦੇ ਆ, ਉਹ ਥੋੜਾ ਜਿਹਾ ਡਰੂਪਿੰਗ ਹੁੰਦੇ ਆ, ਆਪਾਂ ਦੇਖੋ ਨੀਚੇ ਹੁੰਦੇ ਆ ਡਰੂਪਿੰਗ, ਹੈ ਨਾ। ਜਦੋਂ ਆਪਾਂ ਕੋਈ ਵੀ ਸਪਰੇ ਕਰਦੇ ਆ ਬਿਨਾਂ ਐਪਸਾ ਐਡ ਕੀਤੇ ਤੋਂ, ਉਹ ਡ੍ਰੌਪਲੇਟਸ ਜਿਹੜੇ ਹੁੰਦੇ ਆ, ਕਿਉਂ ਬਿਕੋਜ਼ ਆਫ ਇਹ ਡਰੂਪਿੰਗ ਹੁੰਦੇ ਆ ਲੀਵਸ, ਉਹ ਹੌਲੀ ਹੌਲੀ ਕਰਕੇ ਥੱਲੇ ਚਲੇ ਜਾਂਦੇ ਆ, ਡੁੱਲ ਜਾਂਦੇ ਆ, ਕੁਝ ਮਿੱਟੀ ਤੇ ਆ ਜਾਂਦੇ ਆ। ਜਿਹੜੇ ਤਾਂ ਥੱਲੇ ਸਰਫੇਸ ਤੇ ਆ ਗਏ, ਜਿਹੜੇ ਮਿੱਟੀ ਸਰਫੇਸ ਤੇ ਆ ਗਏ, ਮਿੱਟੀ ਦੇ ਸਰਫੇਸ ਤਾਂ ਕੋਈ ਪੈਸਟ ਹੁੰਦਾ ਨਹੀਂ ਹੈਗਾ। ਪੈਸਟ ਹਮੇਸ਼ਾ ਜਿਹੜੇ ਸਕਿੰਗ ਪੈਸਟ ਹੁੰਦੇ ਆ ਜਾਂ ਕੋਈ ਪੈਸਟ ਹੁੰਦਾ, ਕੋਈ ਬਿਮਾਰੀ ਹੁੰਦੀ ਆ, ਉਹ ਬੂਟੇ ਦੇ ਉੱਪਰ ਹੁੰਦੀ ਆ। ਆਪਾਂ ਧਰਤੀ ਦੇ ਸਪਰੇ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਜਦੋਂ ਆਪਾਂ ਐਪਸਾ ਐਡ ਕਰ ਦਾਂਗੇ 10 ml ਪਰ ਸਪਰੇਅਰ, ਇਹ ਹੈਗਾ ਜੀ 10 ml ਜਿਹੜਾ ਪਰ ਸਪਰੇਅਰ ਆ, ਇਹ ਹੈਗਾ ਪੈਸਟੀਸਾਈਡ ਲਈ, ਫਰਟੀਲਾਈਜ਼ਰ ਲਈ, ਔਰ 20 ml ਪਰ ਸਪਰੇਅਰ ਜਿਹੜਾ ਹੈਗਾ ਇਹ ਵੀਡੀਸਾਈਡ ਲਈ, ਜਿਹੜੇ ਜਿਹਨੂੰ ਰਾਤ ਵਾਲੀ ਮੀਟਿੰਗ 'ਚ ਭਾਜੀ ਕਹਿੰਦੇ ਸੀ ਖਰਪਤਵਾਰ, ਵੀਡੀਸਾਈਡ ਲਈ ਨਾ। ਵੀਡੀਸਾਈਡ ਜਿਵੇਂ ਦੂਜੇ ਬੂਟੇ ਆਪਾਂ ਜਿਹੜੇ ਖਤਮ ਕਰਨੇ ਆ ਉਹਨਾਂ ਲਈ 20 ml ਪਾਉਣਾ ਪੈਂਦਾ। ਜੇ ਆਪਾਂ ਪੈਸਟੀਸਾਈਡ ਸਪਰੇ ਕਰਨਾ ਜਾਂ ਫਰਟੀਲਾਈਜ਼ਰ ਦੇਣੀ ਆਪਾਂ, ਉਹਦੇ ਲਈ ਆਪਾਂ ਨੂੰ 10 ml ਦੇਣਾ ਪੈਣਾ। ਜਦੋਂ ਆਪਾਂ ਇਹ ਐਡ ਕਰਤਾ, ਇਹਨੇ ਜਿਹੜੇ ਸਰਫੇਸ ਟੈਂਸ਼ਨ ਨੂੰ ਖਤਮ ਕਰ ਦੇਣਾ, ਔਰ ਜਿਹੜੇ ਤੁਹਾਡੇ ਡ੍ਰੌਪਸ ਬਣਦੇ ਸੀ, ਇਹ ਡ੍ਰੌਪਸ ਨਹੀਂ ਇਹ ਬਣਨੇ, ਇਹਨੇ ਬਿਲਕੁਲ ਪੱਤੇ ਦੇ ਉੱਪਰ ਫਲੈਟ ਦੇ ਉੱਪਰ ਫੈਲ ਜਾਣਾ ਪੱਤੇ ਦੇ, ਉਹਨੇ ਨੀਚੇ ਨਹੀਂ ਡਿੱਗਣਾ ਧਰਤੀ ਦੇ ਉੱਪਰ। ਫਿਰ ਜਦੋਂ ਨੀਚੇ ਨਹੀਂ ਡਿੱਗੂਗਾ, ਜਿਹੜਾ ਤੁਹਾਡਾ ਪੈਸਟੀਸਾਈਡ ਸੀ ਜਾਂ ਫਰਟੀਲਾਈਜ਼ਰ ਸੀ ਜਾਂ ਵੀਡੀਸਾਈਡ ਸੀ, ਜਿੰਨਾ ਤੁਹਾਡੀ ਰਿਕਮੈਂਡਡ ਡੋਜ਼ ਹੁੰਦੀ ਆ, ਉਹ ਸਾਰੀ ਦੀ ਸਾਰੀ ਪੱਤੇ ਦੇ ਉੱਪਰ ਜਾਊਗੀ। ਅਦਰਵਾਈਜ਼ ਕੀ ਕਰਦੇ ਆ ਆਪਣੇ, ਕਿਸਾਨ ਕਹਿੰਦੇ ਜੀ ਯਾਰ ਇੰਨੇ ਦਾ ਅਸਰ ਤਾਂ ਹੁੰਦਾ ਨਹੀਂ, ਇਹ 'ਚ ਡੋਜ਼ ਥੋੜੀ ਹੋਰ ਵਧਾ ਦਿਓ। ਡੋਜ਼ ਹੋਰ ਵਧਾਉਣ ਨਾਲ ਕੀ ਹੁੰਦਾ, ਉਹ ਆਪਣੇ ਜਦੋਂ ਹਿਊਮਨ ਕੰਜ਼ੰਪਸ਼ਨ ਦੇ ਵਿੱਚ ਜਦੋਂ ਆਪਾਂ, ਉਹ ਕੈਂਸਰ ਦਾ ਕਾਰਨ ਬਣਦਾ। ਕਦੇ ਕਹਿੰਦੇ ਯੂਰੀਆ ਪਹਿਲਾਂ ਕਿੰਨੀ ਬਣਦੀ ਸੀਗੀ, ਹੁਣ ਕਿੰਨੀ ਵੱਧ ਗਈ ਜੀ। ਪੈਸਟੀਸਾਈਡ ਦੀ ਕੰਜ਼ੰਪਸ਼ਨ ਇਕੱਲੇ ਆਪਣੇ ਪੰਜਾਬ ਵਿੱਚ ਹੀ, ਇੰਡੀਆ ਦਾ 80% ਕੰਜ਼ੰਪਸ਼ਨ ਉਹ ਪੈਸਟੀਸਾਈਡ ਦੀ ਇਕੱਲੇ ਪੰਜਾਬ 'ਚ ਹੁੰਦੀ ਆ। ਤੁਸੀਂ ਇਹ ਦੇਖ ਲਓ ਉਹ ਕਿਉਂ ਵਧੀ ਜਾ ਰਹੀ ਆ। ਆਪਾਂ ਨੂੰ ਇਹ ਹੁੰਦਾ ਵੀ ਇਹਦੇ ਨਾਲ ਅਸਰ ਤਾਂ ਕੀਤਾ ਨਹੀਂ ਹੈਗਾ, ਇਹ ਅਸਰ ਨਹੀਂ ਕਰਦੀ ਤਾਂ ਹੋਰ ਵਧਾ ਦਿਓ ਡੋਜ਼ ਇਹਦੀ। ਅਸਰ ਤਾਂ ਹੀ ਕਰੂਗੀ ਜੇ ਉਹ ਪਲਾਂਟ ਦੇ ਉੱਪਰ ਟਿਕੂਗੀ। ਜੇ ਆਪਾਂ ਐਪਸਾ 80 ਪਾਇਆ ਹੋਊਗਾ 10 ml ਪਰ ਸਪਰੇਅਰ, ਤਾਂ ਉਹ ਉੱਪਰ ਪੱਤੇ ਟਿਕ ਜੂਗਾ। ਇਸੇ ਕਰਕੇ ਕਹਿੰਦੇ ਜੀ ਤੁਹਾਡੀ ਯੀਲਡ ਵੱਧ ਜਾਂਦੀ ਆ, 10 ਤੋਂ 15% ਯੀਲਡ ਇਸ ਕਰਕੇ ਵੱਧਦੀ ਆ। ਹੋਰ ਐਪਸਾ ਦਾ ਕੋਈ ਕੰਮ ਨਹੀਂ ਵੀ ਉਹ ਯੀਲਡ ਵਧਾਉਣ 'ਚ, ਬੂਟੇ ਨੂੰ ਉਹਨੇ ਕੁਝ ਨਹੀਂ ਸਪੈਸ਼ਲ ਕਰਨਾ, ਸਿਰਫ ਉਹਨੇ ਆਪਣਾ ਜਿਹੜਾ ਵੀਡੀਸਾਈਡ ਪੈਸਟੀਸਾਈਡ ਦਾ ਉਹ ਅਸਰ ਵਧਾਉਣਾ, ਹਨਾ। ਤੇ ਇੱਕ ਹੈਗਾ ਜੀ ਜਿਹੜੀ ਸੋਇਲ ਆਪਣੀ ਕਿਸ ਤਰ੍ਹਾਂ ਦੀ ਹੁੰਦੀ ਆ। ਜਦੋਂ ਹੁਣ ਝੋਨਾ ਬੀਜੀ ਜਾਂਦੇ ਲਗਾਤਾਰ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਝੋਨਾ ਬੀਜਦੇ ਉਦੋਂ ਪਹਿਲਾਂ ਕੱਦੂ ਕਰਦੇ ਆ ਨਾ। ਕੱਦੂ ਕਰਨ ਦਾ ਮਤਲਬ ਹੁੰਦਾ ਥੱਲੇ ਪਡਲਿੰਗ, ਕੱਦੂ ਨੂੰ ਪਡਲਿੰਗ ਕਹਿੰਦੇ ਆ। ਪਡਲਿੰਗ ਕਰਦੇ ਆ, ਉਹ ਥੱਲੇ ਹਾਰਡ ਪੈਨ ਬਣਾ ਦਿੰਦੇ ਆ ਝੋਨੇ ਦੀ, ਪਾਣੀ ਨਾ ਥੱਲੇ ਜਾਵੇ, ਪਾਣੀ ਉੱਪਰ ਖੜਾ ਕੇ ਰੱਖਦੇ ਆ, ਕਿਉਂਕਿ ਝੋਨਾ ਜਿਹੜਾ ਹੈਗਾ ਉਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਪਹਿਲੇ 2 ਮਹੀਨੇ, ਤਾਂ ਪਾਣੀ ਖੜਾ ਰਹੇ ਉਹ 'ਚ, ਫਿਰ ਉਹ ਵਧੀਆ ਹੁੰਦਾ। ਅਗਰ ਪਾਣੀ ਨਾ ਖੜਾ ਹੋਊਗਾ, ਥੱਲੇ ਚੜਿਆ ਹੋਊਗਾ ਪਾਣੀ, ਤਾਂ ਝੋਨੇ ਦੀ ਫਸਲ ਨਹੀਂ ਹੁੰਦੀ ਹੈ ਨਾ। ਜਦੋਂ ਪਡਲਿੰਗ ਕਰ ਦਿੰਦੇ ਆ, ਥੱਲੇ ਹਾਰਡ ਪੈਨ ਬਣ ਜਾਂਦੀ ਆ। ਜਦੋਂ ਹਾਰਡ ਪੈਨ ਬਣ ਜਾਂਦੀ ਆ ਜੀ, ਪਾਣੀ ਆਪਣਾ ਥੱਲੇ ਨਹੀਂ ਜਾਂਦਾ, ਪ੍ਰੋਪਰ ਡੀਪ ਡੈਪਥ ਤੇ ਨਹੀਂ ਜਾਂਦਾ। ਇਸ ਕਰਕੇ ਜਿਹੜੇ ਥੱਲੇ ਨਿਊਟ੍ਰੀਐਂਟਸ ਰਹਿ ਜਾਂਦੇ ਆ, ਉਹ ਨਿਊਟ੍ਰੀਐਂਟਸ ਥੱਲੇ ਲੌਕ ਰਹਿੰਦੇ ਆ। ਉਹ ਉੱਪਰਲੀ ਸਤ੍ਹਾ ਜਿਹੜੇ ਨਿਊਟ੍ਰੀਐਂਟਸ ਹੁੰਦੇ ਆ, ਪਲਾਂਟ ਤੱਕ ਉਹਨਾਂ ਨੂੰ ਅਬਜ਼ੌਰਬ ਕਰ ਸਕਦੇ ਆ।
ਇਹਦੀ ਜਦੋਂ ਤੁਸੀਂ ਐਫਸਾਈਟੀ ਪਾਤਾ, ਇਹਨੇ ਜਿਹੜੀ ਹਾਰਡ ਪੈਨ ਹੈਗੀ ਆ, ਹਾਰਡ ਪੈਨ ਦੇ ਥਰੂ ਵੀ ਇਹ ਪਾਣੀ ਨੂੰ ਥੱਲੇ ਚਲਾ ਜਾਂਦਾ, ਪਾਣੀ ਦੀ ਹਾਰਡ ਪੈਨ ਤੋਂ ਵੀ ਨੀਚੇ ਚਲਾ ਜਾਂਦਾ ਪਾਣੀ, ਕਿਉਂਕਿ ਉਹਦੇ ਚ ਜਿਹੜੀ ਸਰਫੇਸ ਟੈਂਸ਼ਨ ਉਹ ਖਤਮ ਹੋਈ ਹੁੰਦੀ ਆ। ਫਿਰ ਜਿਹੜੀ ਆ ਹੁਣ ਦੇਖੋ, ਹੁਣ ਅੱਜ ਕੱਲ ਮੌਸਮ ਆ ਗਿਆ, ਹੁਣ ਕੀ ਆ, ਬਾਹਰ ਦਾ ਮੌਸਮ ਬਹੁਤ ਠੰਡਾ ਹੁੰਦਾ ਨਾ, ਬਿਕੋਜ਼ ਆਫ ਮਾਈਕਰੋਬੀਅਲ ਐਕਟੀਵਿਟੀਜ਼। ਧਰਤੀ ਵਿੱਚ ਮਾਈਕਰੋਬਸ ਹੁੰਦੇ ਆ, ਮਾਈਕਰੋਬੀਅਲ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ, ਛੋਟੇ ਜਿਹੜੇ ਸੂਖਮ ਤੱਤ ਜਿਹਨੂੰ ਕਹਿੰਦੇ ਆ, ਹਨਾ। ਉਹਦੇ ਚ ਕੀ ਆ, ਛੋਟੇ ਜੀਵ ਹੁੰਦੇ ਆ, ਕੋਈ ਨਾ ਕੋਈ ਐਕਟੀਵਿਟੀ ਕਰਦੇ, ਉਹਦੇ ਕਰਕੇ ਥੱਲੇ ਧਰਤੀ ਦਾ ਟੈਂਪਰੇਚਰ ਥੋੜਾ ਜਿਹਾ ਗਰਮ ਹੁੰਦਾ, ਬਾਹਰਲੇ ਐਟਮੋਸਫੀਅਰ ਨਾਲੋਂ ਧਰਤੀ ਦਾ ਟੈਂਪਰੇਚਰ ਥੋੜਾ ਗਰਮ ਹੁੰਦਾ। ਜਦੋਂ ਧਰਤੀ ਦਾ ਟੈਂਪਰੇਚਰ ਗਰਮ ਹੁੰਦਾ, ਹੁਣ ਦੇਖਿਓ ਵੀ ਕਣਕਾਂ ਨੂੰ ਪਾਣੀ ਲੱਗਣ ਲੱਗ ਜਾਣਾ ਤੇ ਧੁੰਦ ਹੋ ਜਾ ਕਰਨੀ ਹੈ ਸ਼ਾਮ ਨੂੰ। ਉਹ ਧੁੰਦ ਕਿਉਂ ਹੁੰਦੀ ਆ? ਕਿਉਂਕਿ ਕਣਕਾਂ ਨੂੰ ਪਾਣੀ ਲੱਗਦਾ, ਜਿਹੜਾ ਪਾਣੀ ਹੁੰਦਾ ਵੈਪੋਰੇਟ ਹੋ ਜਾਂਦਾ, ਕਿਉਂਕਿ ਉੱਪਰਲੀ ਸਤ੍ਹਾ ਤੇ ਪਿਆ ਹੁੰਦਾ ਪਾਣੀ। ਉਹ ਸੋਇਲ ਦੇ ਜਿਹੜੇ ਉੱਪਰ 6 ਇੰਚ ਸੋਇਲ ਸਰਫੇਸ ਤੇ ਪਿਆ ਹੁੰਦਾ ਪਾਣੀ। ਉਹ ਪਾਣੀ ਹੌਲੀ ਹੌਲੀ ਕਰਕੇ ਜਦੋਂ ਦਿਨ ਦੀ ਸੂਰਜ ਦੀ ਰੋਸ਼ਨੀ ਨਾਲ ਧਰਤੀ ਗਰਮ ਹੁੰਦੀ ਆ, ਇਹ ਇਵੈਪੋਰੇਟ ਹੋ ਜਾਂਦਾ। ਜਦੋਂ ਇਵੈਪੋਰੇਟ ਹੋ ਜਾਂਦਾ, ਧੁੰਦ ਹੋ ਜਾਂਦੀ ਹੈ ਜੀ। ਧੁੰਦ ਹਮੇਸ਼ਾ ਦੇਖਿਓ ਆਪਣਾ 10 ਜਾਂ 15 ਫੁੱਟ ਦੀ ਹਾਈਟ ਤੱਕ ਹੀ ਹੁੰਦੀ ਆ, ਉਦੋਂ ਉੱਪਰ ਕਿਉਂਕਿ ਮੌਸਮ ਸਾਫ਼ ਹੁੰਦਾ ਉਦੋਂ ਉੱਪਰ, ਹਨਾ। 10 ਤੋਂ 15 ਕਿਉਂਕਿ ਥੋੜੀ ਹੈਵੀ ਹੁੰਦੀ ਆ, ਉੱਥੇ ਤੱਕ ਰਹਿੰਦੀ ਆ ਧੁੰਦ। ਜਦੋਂ ਆਪਾਂ FSI ਪਾਇਆ ਹੁੰਦਾ, ਪਾਣੀ ਥੱਲੇ ਚਲਾ ਜਾਂਦਾ, ਉਹ ਤੁਹਾਡੇ ਜਿਹੜੇ ਵਾਟਰ ਲਾਸਿਸ ਆ ਨਾ, ਜਿਹੜੇ ਆ ਧੁੰਦ ਦੀ ਕਰਕੇ ਵਾਟਰ ਲਾਸ ਹੁੰਦਾ, ਇਹਨੂੰ ਵੀ ਘਟਾ ਦਿੰਦਾ। ਤੁਹਾਡਾ ਜਿਹੜਾ ਇਰੀਗੇਸ਼ਨ ਜਿੰਨੀ ਤੁਸੀਂ ਯੂਜ਼ ਹੁੰਦੀ ਆ ਉਨੀ ਇਰੀਗੇਸ਼ਨ ਕਰੋਗੇ, ਤੁਹਾਨੂੰ ਐਕਸੈਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪਾਣੀ ਦੀ ਸੇਵਿੰਗ ਵੀ ਹੈਗੀ ਇਹਦੇ ਨਾਲ ਤੁਹਾਡੀ, ਕਿਉਂਕਿ ਲੀਚ ਡਾਊਨ ਹੋ ਜਾਂਦਾ, ਪਾਣੀ ਥੱਲੇ ਚਲਾ ਜਾਂਦਾ ਔਰ ਤੁਹਾਡਾ ਲਾਸ ਘਟ ਜਾਂਦੇ ਆ, ਵੈਪੋਰੇਸ਼ਨ ਲਾਸਿਸ ਜਿਹੜੇ ਉਹ ਘਟ ਜਾਂਦੇ ਆ। ਸੋ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਅੱਜ ਕੱਲ ਪ੍ਰੋਪਰ ਟਾਈਮ ਹੈਗਾ ਐਫਸਾ ਯੂਜ਼ ਕਰਨ ਦਾ। ਕਣਕ ਦੀ ਫਸਲ ਤੇ ਅਗਰ ਆਪਾਂ ਯੂਜ਼ ਕਰਾਂਗੇ ਐਫਸਾ, ਤਾਂ 10 ਤੋਂ 15% ਜਿਹੜਾ ਇਹਦੀ ਯੀਲਡ ਵਿੱਚ ਫਰਕ ਪੈਂਦਾ, ਔਰ ਪਿਓਰਲੀ ਆਰਗੈਨਿਕ ਹੈ। ਇਹਦੇ ਨਾਲ ਆਪਣੀ ਸਿਹਤ ਤੇ ਵੀ ਕੋਈ ਅਸਰ ਨਹੀਂ ਹੈਗਾ। ਹੁਣ ਆਪਾਂ ਨੈਕਸਟ ਟਾਈਮ ਇਹਦੀ ਡੈਮੋ ਵੀ ਕਰਕੇ ਦੇਖਾਂਗੇ, ਜਿਹੜੇ ਆਪਣੇ ਕੋਈ ਹੋਰ ਆਪਣੇ ਕੋਲ ਪ੍ਰੋਸਪੈਕਟ ਨਵੇਂ ਆਉਣਗੇ, ਆਪਾਂ ਉਹਨੂੰ ਡੈਮੋ ਵੀ ਕਰਕੇ ਦਿਖਾਵਾਂਗੇ, ਡੈਮੋ ਇਹਦਾ ਅਸਰ ਕਿਵੇਂ ਹੁੰਦਾ ਆਪਾਂ ਦੇਖ ਸਕਦੇ ਹਾਂ ਬੈਠੇ ਨਾ। ਇਹ ਤੇ ਬਸ ਸਰ ਮੇਰੇ ਵੱਲੋਂ ਤਾਂ ਇੰਨਾ ਹੀ ਸੀਗਾ ਜੀ। ਕੋਈ ਕਿਸੇ ਦਾ ਸਵਾਲ ਹੋਵੇ ਤਾਂ ਮੈਂ ਉਹਦਾ ਆਨਸਰ ਦੱਸ ਸਕਦਾ। ਜਿਹੜਾ ਤੁਸੀਂ ਕਿਹਾ ਸੀਗਾ ਕਿ ਜਿਵੇਂ ਉਹਨਾਂ ਨੇ ਹੁਣ ਰეკਮੈਂਡ ਕੀਤਾ ਕਿ ਜਿਹੜੀ ਸੋਇਲ ਹੈ ਹਾਂਜੀ ਕੁਛ ਰੇਤਲੀ ਹੁੰਦੀ ਹੈ, ਕੁਛ ਦੂਸਰੀ, ਹਾਂਜੀ ਉਹਦੇ ਵਿੱਚ ਉਹਦਾ ਕੁਆਂਟੀਟੀ ਜਿਹੜੀ ਹੈ ਸਾਡੀ, ਉਹ ਜਿਹੜੀ ਹੈਗੀ ਰੇਤਲੀ ਜਿਵੇਂ ਥੋੜੀ ਚਿਕਨੀ ਹੁੰਦੀ, ਉਹਦੇ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਕਿ 10 ml ਦੀ? ਨਹੀਂ ਜੀ, 10 ml ਇਹਨੇ ਤਾਂ ਐਕਚੁਅਲੀ ਕੀ ਹੈ, ਜਿਹੜਾ ਆਪਾਂ ਹਾਰਡ ਸਰਫੇਸ ਦੀ ਗੱਲ ਕਰਦੇ ਨੇ, ਇਹਨੇ ਲੀਚ ਡਾਊਨ ਤਾਂ ਹੋ ਹੀ ਜਾਣਾ ਜੀ। ਜੇ ਆਪਾਂ ਜ਼ਿਆਦਾ ਪਾਵਾਂਗੇ, ਉਹਨੇ ਕੋਈ ਇਹ ਤਾਂ ਹਰੀ ਡੈਮੇਜ ਤਾਂ ਕਰਨਾ ਨਹੀਂ ਹੈਗਾ। ਆਪਾਂ ਸਾਰੀ ਬੋਟਲ ਲਈ ਪਾ ਦਾਂਗੇ, ਉਹਦੇ ਨਾਲ ਫਰਕ ਕੋਈ ਨਹੀਂ ਪੈਣਾ। 10 ml ਜਿਹੜੀ ਰਿਕਮੈਂਡਡ ਡੋਜ਼ ਆ, ਕਿਸੇ ਵੀ ਤਰ੍ਹਾਂ ਦੀ ਸੋਇਲ ਹੈਗੀ ਆ, ਅਗਰ ਚੀਕਨੀ ਮਿੱਟੀ ਆ ਉਹਦੇ ਵਿੱਚ ਵੀ ਉਹ ਥੱਲੇ ਜਾਊਗਾ, ਲੀਚ ਡਾਊਨ ਕਰੂਗਾ ਉਹਦੇ ਵਿੱਚ ਵੀ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਸੀ, ਜਿੱਦਾਂ ਰਾਤ ਭਾਜੀ ਨੇ ਮੀਟਿੰਗ ਦੱਸਿਆ ਸੀ, ਅਗਰ ਆਪਾਂ ਸੀਡ ਟ੍ਰੀਟਮੈਂਟ ਕਰਦੇ ਆ, ਝੋਨੇ ਦਾ ਸੀਡ ਟ੍ਰੀਟਮੈਂਟ ਕਰਦੇ ਆ, ਮੱਕੀ ਦਾ ਸੀਡ ਟ੍ਰੀਟਮੈਂਟ ਕਰਦੇ ਆ, ਕਣਕ ਦਾ ਵੀ ਸੀਡ ਟ੍ਰੀਟਮੈਂਟ ਕਰਦੇ ਆ, ਵੀ ਇਹਨੂੰ ਬਿਮਾਰੀਆਂ ਨਾ ਲੱਗਣ, ਕੋਈ ਹੋਰ ਬਿਮਾਰੀਆਂ ਲੱਗਣ। ਇਹ ਸੀਡ ਬੋਰਨ ਡਿਜ਼ੀਜ਼ ਹੁੰਦੀਆਂ, ਮਤਲਬ ਪਹਿਲਾਂ ਕਣਕ ਦੀ ਜਿਹੜੇ ਬੀਜ ਵਿੱਚ ਪਹਿਲਾਂ ਤੋਂ ਹੀ ਜਿਹੜੀ ਬਿਮਾਰੀ ਹੁੰਦੀ ਆ, ਆਪਾਂ ਉਹਨੂੰ ਸੀਡ ਟ੍ਰੀਟਮੈਂਟ ਕਰਦੇ ਆ ਵੀ ਆਪਣੀ ਅਗਲੀ ਫਸਲ ਜਿਹੜੀ ਆਪਾਂ ਬੀਜਾਂਗੇ ਹੁਣ, ਉਹਦੇ 'ਚ ਦੁਬਾਰੀ ਬਿਮਾਰੀ ਉਹ ਖਤਮ ਹੋ ਜਾਵੇ। ਸੀਡ ਟ੍ਰੀਟਮੈਂਟ ਐਫਸਾ 80 ਆ ਜਿਹੜਾ, ਇਹਦੇ ਨਾਲ ਆਪਾਂ ਸੀਡ ਟ੍ਰੀਟਮੈਂਟ ਵੀ ਕਰਦੇ ਔਰ ਇਹਦੇ ਨਾਲ ਆਪਾਂ ਫਰਟੀਲਾਈਜ਼ਰ ਨਾਲ ਵੀ ਦੇ ਸਕਦੇ ਹਾਂ। 160 ml ਆਪਾਂ ਦੇਣਾ ਇਹਨੂੰ ਇੱਕ ਬੈਗ ਆਫ ਯੂਰੀਆ। ਹੁਣ ਯੂਰੀਆ ਗਾਂ ਇੱਕ ਜਦੋਂ ਪਾਣੀ ਲੱਗ ਗਿਆ ਆਪਾਂ ਉਹ ਯੂਰੀਆ ਪਾਉਣਾ, ਉਦੋਂ ਬਾਅਦ ਯੂਰੀਆ ਪਾਉਂਦੇ ਆ, ਕਿਉਂਕਿ ਫਸਟ ਸਟੇਜ ਆ ਉਹ ਤੁਹਾਡੇ ਫਸਲ ਨੂੰ ਜਲਦੀ ਆਪਣਾ ਅਸਰ ਦਿਖਾਊਗਾ। ਆਪਾਂ ਯੂਰੀਆ 'ਚ ਆਪਾਂ ਇੱਕ ਬੈਗ 'ਚ ਆਪਾਂ ਪਾਣਾ ਕਿਵੇਂ ਆ? ਯੂਰੀਆ 'ਚ ਐਕਚੁਅਲੀ ਨਾ ਜਿਹੜਾ ਐਪਸਾ ਹੁੰਦਾ, ਇਹ ਐਂਟੀ ਕਲੌਗਿੰਗ ਪ੍ਰੋਪਰਟੀਜ਼ ਹੁੰਦੀਆਂ, ਐਂਟੀ ਰਸਟਿੰਗ ਹੁੰਦਾ, ਇਹ ਐਂਟੀ ਰਸਟਿੰਗ ਕਹਿੰਦੇ ਆ ਆਪਾਂ ਇਹਨੂੰ। ਜਦੋਂ ਕੀ ਕਰਦੇ ਆ ਜਿਹੜੇ ਜ਼ਿਮੀਂਦਾਰ ਭਰਾ ਹੁੰਦੇ ਆ ਆਪਣੇ ਪਿੰਡਾਂ ਵਾਲੇ, ਉਹ ਜਦੋਂ ਸਪਰੇਅ ਕਰਦੇ ਆ, ਉਹ ਪ੍ਰੋਪਰ ਇਹਨੂੰ ਸਾਫ਼ ਵੀ ਕਰ ਲੈਂਦੇ ਆ, ਇਹਨੂੰ ਸੁਕਾ ਕੇ ਨਹੀਂ ਰੱਖਦੇ। ਇਹ ਅਕਸਰ ਹੀ ਪ੍ਰੋਬਲਮ ਆਉਂਦੀ ਆ ਵੀ ਜਦੋਂ 6 ਮਹੀਨੇ ਬਾਅਦ ਦੁਬਾਰੇ ਉਹਨੂੰ ਯੂਜ਼ ਕਰਦੇ ਆ ਸਪਰੇਅਰ ਨੂੰ, ਉਹਦੀ ਜਿਹੜੀ ਬੋਕੀ ਹੁੰਦੀ ਆ, ਉਹਦੀ ਵਾਸ਼ਲ ਹੁੰਦੀ ਆ ਨਾ, ਉਹ ਵਾਸ਼ਲ ਉਹਦੀ ਖਰਾਬ ਹੋ ਜਾਂਦੀ ਆ, ਉਹਨੂੰ ਜਗਾਲ ਲੱਗ ਜਾਂਦਾ।
ਜਦੋਂ ਆਪਾਂ ਉਹਦੇ ਚ ਇੱਕ ਸਪਰੇਅਰ ਵਿੱਚ ਮਿਕਸ ਵਾਟਰ ਪਲੱਸ ਐਸਾ ਕਰਕੇ ਸਪਰੇਅਰ ਵਿੱਚ ਪਾਇਆ ਤਾਂ ਉਹਨੇ ਐਂਟੀ ਰਸਟਿੰਗ ਪ੍ਰੋਪਰਟੀ ਦੇਣੀ ਆ ਵੀ ਤੁਹਾਡਾ ਜਿਹੜਾ ਸਪਰੇਅਰ ਆ ਉਹ ਖਰਾਬ ਨਹੀਂ ਹੋਊਗਾ। ਜਿਹੜਾ ਤੁਹਾਡਾ ਸਪਰੇਅਰ ਆ ਆਪਾਂ ਨੂੰ ਦੁਬਾਰਾ ਜਦੋਂ ਤੁਸੀਂ ਯੂਜ਼ ਕਰੋਗੇ, ਜਿਵੇਂ ਆਪਾਂ ਕਹਿੰਦੇ ਆ ਵੀ ਭਾਂਡੇ ਆਪਣੇ ਬਰਤਨ ਆ ਲੋਹੇ ਦੇ ਬਰਤਨ, ਲੇਡੀਜ਼ ਕੀ ਕਰਦੀਆਂ ਜਿਹੜੇ ਲੋਹੇ ਦੇ ਬਰਤਨਾਂ ਨੂੰ ਥੋੜਾ ਘਿਓ ਲਾ ਕੇ ਰੱਖਦੇ ਆ ਜਦੋਂ ਸਟੋਰ ਕਰਦੇ ਨਾ, ਕਿਉਂਕਿ ਉਹਨੂੰ ਜੰਗਾਲ ਪੈ ਜਾਂਦਾ। ਲੋਹੇ ਦੇ ਬਰਤਨ ਜਿਹੜੇ ਸਰਬ ਲੋਹੇ ਦੇ ਬਰਤਨ ਹੁੰਦੇ ਨਾ ਉਹਨਾਂ ਨੂੰ ਜੰਗਾਲ ਪੈ ਜਾਂਦਾ। ਉਦਾਂ ਹੀ ਜਿਹੜੇ ਆਪਣੇ ਇਹ ਸਪਰੇਅਰ ਹੁੰਦੇ ਆ, ਸਪਰੇਅਰ ਮਹਿੰਗਾ ਹੁੰਦਾ, ਕੋਈ 2-400 ਦਾ ਤਾਂ ਹੁੰਦਾ ਨਹੀਂ ਹੈਗਾ। ਸਪਰੇਅਰ ਨੂੰ ਆਪਾਂ ਆਪਣੇ ਸਪਰੇਅਰ ਨੂੰ ਸਾਫ਼ ਰੱਖਣ ਦੇ ਲਈ, ਉਹਦਾ ਪੰਪ ਨਾ ਖਰਾਬ ਹੋਵੇ, ਅੰਦਰੋਂ ਮੈਟਲ ਹੁੰਦਾ ਉਹਦੀ ਬੋਕੀ ਨਾ ਖਰਾਬ ਹੋਵੇ, ਆਪਾਂ ਜਦੋਂ ਆਪਾਂ ਇਹ ਯੂਜ਼ ਕਰਾਂਗੇ, ਐਂਟੀ ਰਸਟ ਹੁੰਦਾ ਹੈ, ਇਹਦੀ ਪ੍ਰਾਪਰਟੀ ਹੈ ਐਪਸਾ ਦੀ ਐਂਟੀ ਰਸਟ ਹੁੰਦਾ, ਇਹ ਖਰਾਬ ਨਹੀਂ ਹੋਣ ਦਿੰਦਾ, ਐਜ਼ ਅ ਲੂਬਰੀਕੈਂਟ ਕੰਮ ਕਰਦਾ। ਪਿਆ ਵੀ ਰਹੂਗਾ ਤਾਂ ਪੰਪ ਉਹ ਐਸਾ ਜਿਹਨੂੰ ਆਪਾਂ 5 ਮਹੀਨਿਆਂ ਬਾਅਦ ਦੁਬਾਰਾ ਯੂਜ਼ ਕਰਾਂਗੇ ਤਾਂ ਉਹ ਠੀਕ ਹੋਊਗਾ, ਉਹਨੂੰ ਦੁਬਾਰੇ ਆਪਾਂ ਨੂੰ ਨਵੀਂ ਬੋਕੀ ਚੈੱਕ ਕਰਨ ਦੀ ਲੋੜ ਨਹੀਂ ਪੈਣੀ। ਇਹਦਾ ਇੱਕ ਫੰਕਸ਼ਨ ਹੈ। ਚਲੋ ਠੀਕ ਹੈ ਜੀ।